पंड तार होए जन्म सुहेला, गुरसंगत कीनी खालसा मन मुखी दुहेला। वाहो वाहो गोबिंद सिंह आपे गुरु चेला, वाहो वाहो गोबिंद सिंह आपे गुरु चेला। वाहेगुरु जी का खालसा, श्री वाहेगुरु जी की फतेह। खालसा साजना दिवस से खास पेशकश खालसा मेरो रूप है खास विच तुहाडा स्वागत है। मैं हाँ तुहाडे नाल अर्पणप्रीत कौर ते मैं हाँ पीयूष शर्मा। 1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਪਾਤਸ਼ਾਹ ਨੇ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਕੇਸਗੜ੍ਹ ਦੇ ਅਸਥਾਨ ਤੇ ਪਰੇ ਦਰਬਾਰ ਵਿੱਚ ਸੀਸ ਪੇਂਟ ਕਰਨ ਲਈ ਤਿਆਰ 5 ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ 5 ਪਿਆਰਿਆਂ ਦੇ ਖਿਤਾਬ ਨਾਲ ਨਵਾਜਿਆ ਸੀ ਤੇ ਫਿਰ ਉਹਨਾਂ ਪਾਸੋਂ ਆਪ ਅੰਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿੱਤਾ। ਉਸ ਦਿਨ ਤੋਂ ਬਾਅਦ ਵਿਸਾਖੀ ਦਾ ਇਹ ਮੌਸਮੀ ਤਿਉਹਾਰ ਖਾਲਸੇ ਦਾ ਇਤਿਹਾਸਿਕ ਤਿਉਹਾਰ ਬਣ ਗਿਆ ਤੇ ਖਾਲਸਾ ਇਸ ਨੂੰ ਬੜੀ ਹੀ ਸ਼ਰਧਾ ਉਤਸ਼ਾਹ ਅਤੇ ਜਾਹੋ ਜਲਾਲ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਤਰਿਤ ਹੋ ਕੇ ਮਨਾਉਣ ਲੱਗਾ। ਅੱਜ ਅਸੀਂ ਗੱਲ ਕਰਾਂਗੇ ਉਹਨਾਂ 5 ਪਿਆਰਿਆਂ ਬਾਰੇ ਜੋ ਕਿ ਖਾਲਸਾ ਪੰਥ ਦੇ ਪਹਿਲੇ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਸਿੱਖ ਸੀ। ਉਹ 5 ਪਿਆਰੇ ਕੌਣ ਸੀ, ਕਿੱਥੋਂ ਸੀ ਤੇ ਕਿੱਥੇ ਉਹਨਾਂ ਦੇ ਨਿਸ਼ਾਨ ਬਾਕੀ ਨੇ। ਇਸ ਦੇ ਨਾਲ ਹੀ ਅਸੀਂ ਜਾਣਾਂਗੇ ਉਹਨਾਂ ਦੇ ਜਨਮ ਸਥਾਨਾਂ ਬਾਰੇ, ਉਹਨਾਂ ਦੀਆਂ ਯਾਦਗਾਰਾਂ ਬਾਰੇ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਉਹਨਾਂ ਦੇ ਵੰਸ਼ਜਾਂ ਦੇ ਨਾਲ ਵੀ ਰੂਬਰੂ ਕਰਵਾਵਾਂਗੇ। ਸੋ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ 5 ਪਿਆਰਿਆਂ ਵਿੱਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਬਾਰੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਆਵਾਜ਼ ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ 5 ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ 'ਚ ਪਹਿਲਾ ਨਾਂ ਭਾਈ ਦਇਆ ਸਿੰਘ ਜੀ ਦਾ ਆਉਂਦਾ ਹੈ। ਦਇਆ ਰਾਮ ਤੋਂ ਭਾਈ ਦਇਆ ਸਿੰਘ ਬਣੇ। ਗੁਰੂ ਦੇ ਪਹਿਲੇ ਪਿਆਰੇ ਦਾ ਜਨਮ 1725 ਬਿਕਰਮੀ ਨੂੰ ਫੱਗਣ ਦੀ ਸੰਗਰਾਂਦ ਨੂੰ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ। ਪਿਤਾ ਮਈਆ ਰਾਮ ਤੇ ਮਾਤਾ ਸੋਭਾ ਦੇਵੀ ਦੇ ਘਰ ਖੱਤਰੀ ਵੰਸ਼ 'ਚ ਜਨਮੇ ਭਾਈ ਦਇਆ ਸਿੰਘ 13 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਲੱਗੇ। ਪਰਿਵਾਰ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਦਾ ਪਰਮ ਸ਼ਰਧਾਲੂ ਸੀ। ਸੋ ਭਾਈ ਦਇਆ ਰਾਮ ਨੂੰ ਬਚਪਨ ਤੋਂ ਹੀ ਸਿੱਖ ਧਰਮ ਨਾਲ ਲਗਾਅ ਸੀ ਤੇ 1699 ਦੀ ਵਿਸਾਖੀ ਵਾਲੇ ਦਿਨ ਸਿੱਖੀ ਨਾਲ ਇਸ ਪਿਆਰ ਨੇ ਗੁਰੂ ਦਾ ਪਹਿਲਾ ਪਿਆਰ ਬਣਾ ਦਿੱਤਾ। ਪੰਜਾਬੀ ਤੇ ਫਾਰਸੀ 'ਚ ਮਾਹਿਰ ਭਾਈ ਦਇਆ ਸਿੰਘ ਨੇ ਕਲਾਸਿਕੀ ਅਤੇ ਗੁਰਬਾਣੀ ਦਾ ਅਧਿਐਨ ਕੀਤਾ ਤੇ ਹਥਿਆਰ ਵਰਤਣ ਦੀ ਸਿਖਲਾਈ ਵੀ ਲਈ। 1765 ਬਿਕਰਮੀ ਨੂੰ ਅੱਸੂ ਦੀ ਮੱਸਿਆ ਨੂੰ ਉਹ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਆਓ ਹੁਣ ਅਸੀਂ ਤੁਹਾਨੂੰ ਭਾਈ ਦਇਆ ਸਿੰਘ ਜੀ ਦੀ 11ਵੀਂ ਤੇ 12ਵੀਂ ਪੀੜ੍ਹੀ ਨਾਲ ਮਿਲਾਉਂਦੇ ਹਾਂ ਜੋ ਅੱਜ ਕੱਲ੍ਹ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਰਹਿ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਿੱਖ ਸੰਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੀ ਖੁਸ਼ੀ ਦੇ ਵਿੱਚ ਭਾਈ ਦਇਆ ਸਿੰਘ ਜੀ ਦੀ 11ਵੀਂ 12ਵੀਂ ਅਤੇ 13ਵੀਂ ਪੀੜ੍ਹੀ ਵੱਲੋਂ ਲੱਖ ਲੱਖ ਵਧਾਈ ਹੋਵੇ। ਮੇਰਾ ਨਾਮ ਸਰਪ੍ਰੀਤ ਸਿੰਘ ਹੈ। ਮੈਂ ਆਪਣੇ ਪਿਤਾ ਜੀ ਸਰਦਾਰ ਮਨਜੀਤ ਸਿੰਘ, ਮਾਤਾ ਜੀ ਜਗਜੀਤ ਕੌਰ, ਪਤਨੀ ਪੁਨੀਤ ਕੌਰ ਤੇ ਬੱਚੇ ਵਿਰਾਜਵੀਰ ਜਗਪੁਰ ਤੇ ਭਰਾ ਦਿਲਦੀਪ ਸਿੰਘ ਨਾਲ ਅਸੀਂ ਸਿਡਨੀ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ। ਅਸੀਂ ਇੱਥੇ ਆਪਣੇ ਜੱਦੀ ਸ਼ਹਿਰ ਦੁਰਾਹਾ ਦੇ ਵਿੱਚੋਂ 10 ਸਾਲ ਪਹਿਲਾਂ ਮੂਵ ਹੋਏ ਸੀ। ਦੁਰਾਹਾ ਜਿੱਥੇ ਸਾਡੇ ਦਾਦਾ ਜੀ ਭਾਈ ਦੇਵਾ ਸਿੰਘ ਜੀ 1947 ਦੀ ਵੰਡ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਉਹਨਾਂ ਦੇ ਆਉਣ ਤੋਂ ਬਾਅਦ ਸਾਨੂੰ ਉਹਨਾਂ ਨੇ ਦੱਸਿਆ ਵੀ ਅਸੀਂ ਵੀ ਭਾਈ ਦਇਆ ਸਿੰਘ ਜੀ ਦੀ ਵੰਸ਼ ਵਿੱਚੋਂ ਹਾਂ ਤੇ ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਵੀ ਅਸੀਂ ਇੰਨੇ ਵੱਡੇ ਸਿੱਖ ਯੋਧਾ ਦੇ ਵੰਸ਼ ਵਿੱਚੋਂ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਿਤਾਇਆ। ਸਾਡੇ ਪਰਿਵਾਰ ਨੇ ਸਾਨੂੰ ਸ਼ੁਰੂ ਤੋਂ ਹੀ ਮਤਲਬ ਸਿੱਖੀ ਦੇ ਰਾਹ ਤੇ ਚੱਲਣ ਵੱਲ ਤੋਰਿਆ। ਸਾਨੂੰ ਹਮੇਸ਼ਾ ਮਤਲਬ ਸਿੱਖਾਂ ਵਾਸਤੇ ਦੱਸਦੇ ਰਹੇ। ਸਾਡੇ ਦਾਦਾ ਜੀ ਨੇ ਵੀ ਸਾਨੂੰ ਭਾਈ ਆਪਣੇ ਉਸ ਪਾਕਿਸਤਾਨ ਦੇ ਟਾਈਮ ਬਾਰੇ ਦੱਸਦੇ ਸੀ ਵੀ ਉਹਨਾਂ ਨੂੰ ਵੀ ਉਸ ਟਾਈਮ ਦੀ ਸਰਕਾਰ ਵੱਲੋਂ ਕਾਫੀ ਸਹੂਲਤਾਂ ਜਗੀਰਾਂ ਮਿਲਦੀਆਂ ਸੀਗੀਆਂ ਤੇ ਉਹ ਸਾਰਾ ਰਿਕਾਰਡ ਉਹਨਾਂ ਨੇ 1947 ਦੇ ਵਿੱਚ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰਾਇਆ। ਇਸ ਚੀਜ਼ ਦਾ ਰਿਕਾਰਡ ਚੀਫ ਖਾਲਸਾ ਦੀਵਾਨ ਕੋਲ ਵੀ ਹੈ ਤੇ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਹਮੇਸ਼ਾ ਹੀ ਸਿੱਖੀ ਦੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਰਹੀ। ਹਮੇਸ਼ਾ ਹੀ ਅਸੀਂ ਸਿੱਖੀ ਦੇ ਰਾਹ ਤੇ ਚੱਲੇ। ਮੈਂ 15 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕਿਆ ਤੇ ਸਾਡੇ ਸਾਰੇ ਪਰਿਵਾਰ ਨੇ ਇੱਕੋ ਵਾਰੀ ਸਾਰਿਆਂ ਨੇ ਅੰਮ੍ਰਿਤ ਛਕਿਆ
ਸਾਨੂੰ ਕੁਝ ਸਮੇਂ ਪਹਿਲਾਂ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਕੀਰਤਨੀਏ ਭਾਈ ਬਿਆਨ ਸਿੰਘ ਜੀ ਵੀ ਮਿਲੇ, ਜਿਨ੍ਹਾਂ ਨੇ ਆਪਣੀ ਕਿਤਾਬ ਦਇਆ ਕਾ ਪੂਤ ਦੇ ਵਿੱਚ ਸਾਡੇ ਪਰਿਵਾਰ ਬਾਰੇ ਜ਼ਿਕਰ ਕੀਤਾ ਤੇ ਉਹਨਾਂ ਕੋਲੋਂ ਵੀ ਸਾਨੂੰ ਹੋਰ ਸਾਰੀ ਇਨਫੋਰਮੇਸ਼ਨ ਜੋ ਸਾਡੀ ਪਿਛਲੀ ਪੀੜ੍ਹੀ ਹੈ ਦੀ ਉਹਨਾਂ ਦੀ ਮਿਲੀ। ਭਾਈ ਦਇਆ ਸਿੰਘ ਜੀ ਦੀ ਯਾਦ ਦੇ ਵਿੱਚ ਔਰੰਗਾਬਾਦ ਦੇ ਵਿੱਚ ਗੁਰਦੁਆਰਾ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਹੈ ਤੇ ਉਹਨਾਂ ਦਾ ਇੱਕ ਸਥਾਨ ਹਜੂਰ ਸਾਹਿਬ ਨਾਂਦੇੜ ਦੇ ਵਿੱਚ ਵੀ ਹੈ। ਅਸੀਂ ਨਾਂਦੇੜ ਤਾਂ 3-4 ਵਾਰੀ ਗਏ ਹੋਏ ਹਾਂ, ਲੇਕਿਨ ਔਰੰਗਾਬਾਦ ਜਾਣ ਦਾ ਸਾਨੂੰ ਮੌਕਾ ਨਹੀਂ ਮਿਲਿਆ। ਸਾਡੀ ਇਹ ਕੋਸ਼ਿਸ਼ ਹੋਵੇਗੀ ਅਸੀਂ ਅਗਲੀ ਵਾਰੀ ਜਦੋਂ ਇੰਡੀਆ ਜਾਈਏ ਤੇ ਔਰੰਗਾਬਾਦ ਜਾਈਏ। ਆਸਟ੍ਰੇਲੀਆ ਦੇ ਵਿੱਚ ਸਾਡੇ ਘਰ ਅਸੀਂ ਬਾਬਾ ਜੀ ਦਾ ਪ੍ਰਕਾਸ਼ ਵੀ ਹੈ। ਇਹ ਸਾਰੀ ਕਿਰਪਾ ਸਾਨੂੰ ਭਾਈ ਦਇਆ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਈ ਹੋਈ ਹੈ ਤੇ ਅਸੀਂ ਵੀ ਅੱਗੋਂ ਆਪਣੇ ਬੱਚਿਆਂ ਨੂੰ ਇਹੀ ਪ੍ਰੇਰਨਾ ਦਿੰਦੇ ਹਾਂ ਵੀ ਤਾਂ ਜੋ ਉਹ ਸਿੱਖੀ ਦੇ ਰਸਤੇ ਤੇ ਚੱਲਣ। ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਰੀ ਸਿੱਖ ਸੰਗਤ ਨੂੰ ਦੁਬਾਰਾ ਖਾਲਸਾ ਦੇ ਸਾਜਨਾ ਦਿਵਸ ਦੀ ਵਧਾਈ ਦੇ ਕੇ ਆਗਿਆ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੱਲ ਕਰਾਂਗੇ ਭਾਈ ਧਰਮ ਸਿੰਘ ਜੀ ਬਾਰੇ। ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੇ ਜਨਮ ਸਥਾਨ ਤੇ ਨਾਲ ਹੀ ਉਹਨਾਂ ਦੀ 15ਵੀਂ ਪੀੜ੍ਹੀ ਦੇ ਨਾਲ ਮਿਲਵਾਉਂਦੇ ਹਾਂ। ਗੁਰੂ ਸਾਹਿਬ ਦੇ 5 ਪਿਆਰਿਆਂ 'ਚੋਂ ਦੂਜਾ ਸਥਾਨ ਹੈ ਭਾਈ ਧਰਮ ਸਿੰਘ ਜੀ ਦਾ, ਜਿਨ੍ਹਾਂ ਦੇ ਜਨਮ ਸਥਾਨ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਦਿੱਲੀ ਦੇ ਵਸਨੀਕ ਸਨ। ਪਰ ਇਸ ਸੰਬੰਧ 'ਚ ਹੋਈਆਂ ਖੋਜਾਂ ਮੁਤਾਬਿਕ ਭਾਈ ਧਰਮ ਸਿੰਘ ਜੀ ਦਾ ਜਨਮ 1727 ਬਿਕਰਮੀ 13 ਵਿਸਾਖ ਨੂੰ ਮੇਰਠ ਦੇ ਹਸਤੇਨਾਪੁਰ 'ਚ ਪਿਤਾ ਪਰਮ ਸੁਖ ਅਤੇ ਮਾਤਾ ਅਨੰਤ ਜੀ ਦੇ ਘਰ ਹੋਇਆ। 25 ਸਾਲ ਦੀ ਉਮਰ ਵਿੱਚ ਭਾਈ ਧਰਮ ਸਿੰਘ ਜੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ 'ਚ ਗਏ ਤੇ ਦੂਜੇ ਪਿਆਰੇ ਦੇ ਰੂਪ 'ਚ ਸਿੱਖ ਇਤਿਹਾਸ 'ਚ ਜਾਣੇ ਗਏ। 1768 'ਚ ਭਾਈ ਧਰਮ ਸਿੰਘ ਜੀ ਸ਼੍ਰੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ। ਭਾਈ ਧਰਮ ਸਿੰਘ ਜੀ ਦੀ 15ਵੀਂ ਪੀੜ੍ਹੀ ਅੱਜ ਵੀ ਹਸਤੇਨਾਪੁਰ 'ਚ ਮੌਜੂਦ ਹੈ, ਜਿਨ੍ਹਾਂ ਨੂੰ ਕਰੀਬ 19 ਸਾਲ ਪਹਿਲਾਂ ਹੀ ਪਤਾ ਲੱਗਾ ਕਿ ਉਹ ਭਾਈ ਧਰਮ ਸਿੰਘ ਜੀ ਦੇ ਵੰਸ਼ਜ ਹਨ ਤੇ ਉਹਨਾਂ ਸਿੱਖ ਧਰਮ ਅਪਣਾ ਲਿਆ। ਮੇਰੇ ਨਾਲ ਇਸ ਵਕਤ ਵਿਨੋਦ ਸਿੰਘ ਜੀ ਨੇ। ਵਿਨੋਦ ਸਿੰਘ ਜੀ ਭਾਈ ਧਰਮ ਸਿੰਘ ਜੀ ਦੀ 15ਵੀਂ ਪੀੜ੍ਹੀ ਚੋਂ ਨੇ। ਵਿਨੋਦ ਸਿੰਘ ਜੀ, ਸਾਨੂੰ ਇਹ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਤੁਸੀਂ ਉਹਨਾਂ ਦੇ ਵੰਸ਼ਜ ਹੋ? हाँ, हमारी दादी पूजा पाठ करती थी, हम उनकी मजाक समझते थे जी। वो जो जलाती थी वो बताती थी कि मुझे सपने में घोड़े पे दिखाई देते हैं। अच्छा जी। कोई घोड़े पे दिखाई देते हैं। अच्छा जी। हम उनकी मानते नहीं थे। अच्छा जी। ना हमको ये पता था, लेकिन यहाँ पे जब कोई आता था जाता था सारी बात है। वो मखियाली के डॉक्टर आए थे। अच्छा जी। वो इंग्लैंड में रहते हैं जी। उन्होंने सारी खोज की। अच्छा। उसके बाद ज्ञानी पूरन सिंह जी आए जी। उन्होंने खोज की, सारी खोज हमें हरिद्वार से मिली। अच्छा जी। तब ये भाई धर्म सिंह का स्थान मिला। तब भी हम इस मकान को तोड़ने की या कि सोचते पैसा जोड़ के सोचते थे, तभी कोई घटना ऐसी हो जाती थी कि मकान नहीं टूट पाता था, क्योंकि उन्हीं की देन है। अच्छा जी। तो उनका तो जन्म हमारी दादी कहती थी कि इसको तोड़ो मत, ये कभी ना कभी तुम्हें ऐसा हो जाएगा कि कभी नाम होएगा। अच्छा, आपकी दादी पहले से आपको ये कहती थी? क्या पहले से कहती थी, हम दादी की मजाक मानते थे। तो मतलब उनका जन्म यहीं हुआ था? भाई धर्म सिंह जी का जन्म इसी कमरे में उनका जन्म हुआ है। इसी कमरे में हमारा 4 भाइयों का हुआ है। अच्छा, आप 4 भाई हैं? 4 भाई हैं और हमारे बेटे भी इसी में ही पैदा हुए। तो आपकी दादी, आपने बताया जैसे कि जोत जलाती थी, तो जब आपको नहीं पता था कि आप सिख धर्म से बिलोंग करते हैं, आप सिख मतलब उनके वंशज हैं, तो उससे पहले आप किनकी जोत जलाते थे? जोत देवी देवताओं की जोत जलाते थे। अच्छा अच्छा, तो आप देवी देवताओं की जोत जलाते थे उससे देवी पहले? देवताओं की जोत जलाते थे। अब जब से ये हुआ है, अब गुरु महाराज की जोत जलती है, मत्था टेकते हैं, सब कुछ है। अच्छा, तो जो लोग आपको ढूंढते हुए आए, मतलब जो आपके पास यहाँ पहुँचे, जिन्होंने बताया कि उनका जन्म स्थान है यहाँ पे, तो फिर उसके बाद क्या हुआ? क्या किया गया यहाँ पे? पहले तो श्री गुरु ग्रंथ साहिब आई थिंक यहाँ पे उनका प्रकाश नहीं था। ना 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 ना, उसके बाद में यहाँ पे दिल्ली से भी और भी हमें सबने बोला कि ऐसे नहीं ऐसा करो, ऐसे नहीं ऐसा करो। हमने किसी की नहीं, हमने ये गुरुद्वारा जो है हाँ। लिखित रूप में किसी को नहीं दिया। हाँ। सिर्फ ये है कार सेवा के लिए बाबा को दे दिया था। जी। बाबा को, जी जी। दिल्ली वालों को। तो ये गुरुद्वारा कब बना फिर यहाँ पर? ये गुरुद्वारा 2000 में बनना शुरू हुआ। 2000 में बनना शुरू हुआ। तो कब पूरा हुआ फिर ये?
ये पूरा हो तो इसको 8-10 साल में पूरा हुआ। 8-10 साल में पूरा हुआ। तो आप पहले यहीं रहते थे? पहले यहीं रहते थे जी ये कमरा है, इधर साइड में कमरे हैं, ये साइड में थे, इधर साइड में थे। जी जी कच्चे कमरे थे, कच्चा मकान था। ठीक है। तो हम कहने लगे कि पक्का नहीं कच्चा ही मकान है, कोई वो नहीं। तो आपकी दादी जो थी, मतलब आपने जैसे बताई एक बात की, आपकी जो दादी थी उनको घोड़े पर मतलब कोई दिखता था? घोड़े पे आते दिखाई देते थे, वो शायद वो बताती थी हमें। अच्छा। वो जोत जलाती थी, हम उसकी मानते नहीं थे, लेकिन वो जो वो यूँ कहेगी मुझे खाने को घी ना मिले, मेरी जोत में जरूर चले। तो ये जोत कितने वक्त से जल रही है? मेरे ख्याल में हम जोत तो ये 80-85 साल हो गए होंगे जब से जोत जल रही है। 85 साल से ज्यादा हो गए होंगे इस हिसाब से तो। हाँ जी। ठीक है। क्योंकि हमारी उम्र जो है हमें अपनी तक का पता है, जैसे दादी बताती थी सब कुछ, आगे का तो नहीं पता था। उनके गुजरने के बाद में सारा काम हुआ। उसने ये कहा था, मरते मरते भी ये कहा था, जाओ कुछ ना कुछ तुम्हें ऐसा ही है, ये अब होने वाला है। अच्छा। पता नहीं उनको दिखाई देता था क्या था, सब कुछ बताती थी। अच्छा, अब मुझे बता रहे थे, मतलब आपके बेटे बता रहे थे कि आप इस घर को तोड़ के थोड़ा बदलना चाहते थे, नए ढंग से बनाना चाहते थे। हाँ। लेकिन वो हमेशा मना कर देती थी। वो मना कर देती थी। हमने कुछ पैसा भी इकट्ठा करके रखा कि हमें सुबह ये करना जी। कोई ना कोई घटना ऐसी हो जाती, वो पैसा भी खत्म हो जाता और भी लगाना पड़ जाता। अच्छा, तो ये भी कहती थी कि ये घर आपसे चला जाएगा, आपके पास नहीं रहेगा, ऐसी भी? नहीं, वो कहती थी कि ये घर चला जाएगा। हाँ। इसमें कुछ ना कुछ और हो जाएगा। अच्छा, कुछ ना कुछ और हो जाएगा, यानी कि वो पहले से जानती थी कि यहाँ पर गुरुद्वारा बनेगा। हाँ हाँ भाई, ये तो गुरुद्वारे का तो हमें नहीं था इतना हुई। ये जब धीरे धीरे पता लगा कि ऐसा है, इस पे बहुत झगड़े रहे। यहाँ लोगों ने कहा कि नहीं ये वे थे, हमने किसी को नहीं कहा जी। ये तो जो खोजबीन निकली सारी बात, सेवा के लिए सबने कहा। हाँ। हमने सबको मना कर दिया, सेवा जो है बाबा को दी हमने। जी 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 जी। तो आपको मतलब उससे पहले क्या, जब आपको ये जानकारी नहीं थी और जब ये जानकारी हुई उसके बाद फिर आपने केश रखे और मतलब पगड़ी धारण करी? हाँ जी हाँ जी। उससे पहले तक नहीं थे आप? नहीं, उससे पहले कुछ नहीं। ठीक। उससे पहले कुछ नहीं। तो अब आपका घर कहाँ पर है यहाँ? अब हमारा ये तो यहाँ तो प्रकाश हो गया जी अब घर आगे जहाँ डेरा है, जी डेरे के बराबर में घर है। जी। तो चलिए कुछ देर में हम आपको उस घर में भी लेकर जाएंगे जहाँ पे विनोद सिंह जी अपने परिवार के साथ रहते हैं। ਇੱਕ ਪਾਸੇ ਜਿੱਥੇ ਭਾਈ ਦਇਆ ਸਿੰਘ ਜੀ ਦੇ ਵੰਸ਼ਜ ਆਸਟ੍ਰੇਲੀਆ 'ਚ ਹਨ, ਉੱਥੇ ਦੂਜੇ ਪਾਸੇ ਭਾਈ ਧਰਮ ਸਿੰਘ ਜੀ ਦੇ ਵੰਸ਼ਜ ਬੇਹੱਦ ਗਰੀਬੀ 'ਚ ਦਿਨ ਕੱਟ ਰਹੇ ਨੇ। लेकिन हमारे अभी जैसे मकान बनाए पूरा नहीं हो पाया था। अच्छा। उन्होंने कहा कि आप उधर चलिए, हाँ। इधर भी काम आपका चलता रहेगा, गुरुद्वारा भी उधर बनता रहेगा। जी जी। हमें इतना पता नहीं, हम उधर से इधर आ गए। अच्छा। अब हमारे मकान में कोई ना ऊपर फिनिशिंग है ना कुछ, जो बारिश पड़ती है तो छूटता है, आप देखिए। अच्छा, मतलब तब जब आप यहाँ पे शिफ्ट हो गए और तब ये घर पूरी तरह तैयार नहीं हुए? नहीं था, अब भी तैयार नहीं। अब भी तैयार नहीं है? नहीं, क्योंकि इतने बड़े हम मालदार तो हैं नहीं, हम तो गरीब आदमी, एक मजदूरी करने वाले हैं जी। हमें किसी जो मदद मिलती थी कहीं से भी, सरकार से मिली या किसी से मिली, वो हमारे तक नहीं आती थी। जो आती थी तो उन्हें कहते थे ये गुरुद्वारे के लिए आई है। हमें इतना मालूम नहीं था, हम उनको ही देते थे। लेकिन आपको बाद में कैसे पता चला कि वो आपके लिए आती थी? आप वो मदद, क्योंकि हमें बाद में बताते थे जिनके यहाँ से मदद आती थी, हाँ। से भी मनीषरों के, हाँ। तो हम पे बाद में पूछते थे कि अच्छा। आपके लिए मदद भेजी है, आपको मिली या नहीं मिली। मैंने कहा हमको कुछ नहीं मिली, सब गुरुद्वारा वालों ने दे दिया। तो आपने कभी जाके बोला नहीं भी हमारे नाम पे भी मदद आ नहीं, हमने बोला, फिर उन्होंने कहा चलो करेंगे, ये करेंगे, लेकिन हमारे लिए कोई ऐसी कोई खास किसी ने कोई मदद नहीं करी। जैसे थे, हाँ। जैसे भाई धर्म सिंह के वंशज थे, सब कुछ थे, हमने अपना रूप भी अपना दूसरा अपनाया है, सब कुछ किया है, लेकिन वैसे हमें कोई फैसिलिटी ऐसी नहीं मिली। अनि यहाँ पे हमारे पास में हसनापुर है, जी जी। जैनियों के मंदिर हैं। जी जी जी। अगर वहाँ मैंने देखा 2-3 जैनी गरीब थे, हाँ। तो सभी जैनियों ने जब देखा कि गरीब है, एक एक ईंट 1-1 रुपया दिया। उन पे कितने ही करोड़ रुपया होगा, वो अपनी बराबर ही कर दिया उन्होंने। और वे अब मंदिरों की सेवा कर रहे हैं। और वे हमने भी यही सोचा कि गुरुद्वारा है, चलो अपने बाबा जी के नाम पे है,
पूरी सेवा हम तन मन धन से कर रहे, लेकिन हमें कोई इसका ऐसा वो नहीं है। 3 लड़की हैं सरकारी जी, शादी करी है, तीनों लड़की की शादी करी है, उनका कर्ज आज तक हमसे उतरा नहीं है। तीनों लड़कियों फिकर इतना रहा भाई, हमें ये दिखता है कि हमारा घर ना बिक जाए, फिकर इतना कि रहा। ये भी जो भी थोड़ा लड़कियों बहुत की है ये शादी भी ना की चला जाए, वो कर्ज कहाँ से दें। ਨਹੀਂ ਹੁਣ ਤੁਹਾਡੀਆਂ ਕੀ ਲੋੜਾਂ ਨੇ? ਅਗਰ ਤੁਸੀਂ ਸਿੱਖ ਧਰਮ ਦੇ ਭਾਈ ਧਰਮ ਸਿੰਘ ਦੇ ਵੰਸ਼ਜ ਹੋ ਹਨਾ, ਸਿੱਖ ਧਰਮ ਲਈ ਬੜੀ ਮਾਣ ਦੀ ਗੱਲ ਆ ਕਿ ਉਹਨਾਂ ਦੀ ਪੀੜ੍ਹੀ ਦਾ ਹੁਣ ਪਤਾ ਲੱਗਾ ਆ, ਤੁਸੀਂ ਇੱਥੇ ਵਸ ਰਹੇ ਹੋ, ਤੁਹਾਡੇ ਚੋਂ ਖੂਨ ਆ, ਤਾਂ ਤੁਹਾਡੀਆਂ ਕੀ ਜ਼ਰੂਰਤਾਂ ਨੇ? क्या क्या है जो आपको लगता है कि आपकी मदद होनी चाहिए? क्या क्या आपकी ज़रूरतें हैं? भैया हमारे तो ये मदद होनी चाहिए, हमारा कर्जा उतर जा। मेरी बेटी की शादी हुई थी, उनके कर्ज हो रहा हमारे पे इतना। अब मेरे लड़के की शादी वो हो जा, नौकरी लग जा। देखो हमारे बच्चे की नौकरी लग जाए, अब वो हमारा कर्ज उतर फिर जाए, तो हमें खुद ही इसका अलग किसी कर का दो। वो नहीं चाहता हाँ, यो कि कर्ज हमें दे दो, इतना ना धन शादी का। दौलत या क्या चाहिए, हमें तो 2 रोटी दाल रोटी चाहिए, बस इतना चाहिए, किसी का कर्ज ना हो, भाई बच्चे की हमारी नौकरी लग जाए या कुछ वैसा जो 2 रोटी आराम से मिल ठीक जाए। है, आप हमें ये चाहते नहीं हो- है कि हमें ये चीज चाहिए या हम अरबोपति बन जाए या करोड़पति बन जाए, नहीं। यहाँ जब हम पता चलता कि भाई आप इस परिवार से हो, तो पंजाब में जब आनंदपुर साहब में 300 साल बनाया गया था जी 300 साल साढ़े 300 हाँ, 300 साल साल बनाया गया था। हाँ तो उस दौरान हम यहाँ से पंजाब के जो चीफ मिनिस्टर थे प्रकाश सिंह बादल हाँ और उस वक्त शायद वे उत्तराखंड के गवर्नर थे सुरजीत सिंह बरनाला, जी तो वे हमें गए थे पंजाब में घुमाने के लिए गए थे। तो हमारे पास वहाँ पे मतलब बहुत चढ़ावा हमारे नाम का आया था। हाँ तो कुछ आदमियों ने मतलब हमें इस तरीके से करा कि भाई हमें भयभीत कर दिया कि भाई ये पैसा गुरुद्वारे का है, अच्छा आपका नहीं है। हमारे पास पता नहीं कितना पैसा था, तो बोरियों के हिसाब से काफ़ी पैसा चढ़ा था हमारे पास संगत का। तो उन्होंने ये काम किया कि भाई ये पैसा आपका नहीं है, ये गुरुद्वारे का है, आप जाओ। फिर हमने कहा ठीक है भाई चलो, अब हमें कह रहे तो हमारे परिवार वाले वहाँ से चल दिए, और भी उन्होंने ऐसा काम करा कि उस पैसे को उतार के अपने लिए रख लिया कि भाई ये हमारा है, आपका नहीं है। किसने उतार लिया? उसमें एक मेरठ का तीरथ सिंह था, अच्छा उसने उतारा था, और उसके साथ 2-4 औरतें जो पक्की हैं बच्चे भाई, उन्होंने मिलकर सबने मंजीत- उतारा। थापा नगर मंजीत है, गुरुद्वारा। उनका ही हसनपुर का एक मंजीत मेरठ है। में जो थापा नगर गुरुद्वारा उसके था, साथ उसके ना? वे थे। फिर उसके बाद जैसे जो गवर्नर साहब थे वे फिर आए दोबारा, भाई आपको इतना पैसा मिला, आप तो भाई वहीं के वहीं, आपको तो कुछ तरक्की की नहीं है। नहीं, वो डीएम साहब थे यहाँ अवस्थी, जी आज भी बड़े हुए हैं, बाबा जी भी थे, हम भी थे, वहाँ बुलाया गया था। जब हमने ये वहाँ से उनके सामने बात रखी थी, तो तीरथ सिंह ने कहा था कि परसों को मैं इनको वो पैसा दे दिया जाएगा। तो तीसरे दिन वो जहर खा के मर गए। बाबा ने कि जो मर गया तो पैसा भी चला गया, वो हम कर देंगे। हमने बाबा जी से नहीं मांगा, किसी से नहीं मांगा। ऐसा कई ਇਹਨਾਂ ਤੋਂ ਇਲਾਵਾ ਗੁਰੂ ਜੀ ਵੱਲੋਂ ਥਾਪੇ 5 ਪਿਆਰਿਆਂ 'ਚ ਤੀਜਾ ਨਾਂ ਭਾਈ ਹਿੰਮਤ ਸਿੰਘ ਜੀ ਦਾ ਹੈ, ਜਿਨ੍ਹਾਂ ਦਾ ਜਨਮ ਪਿਤਾ ਮਾਲ ਦੇਉ ਤੇ ਮਾਤਾ ਲਾਲ ਦੇਈ ਜੀ ਦੇ ਘਰ 1721 ਬਿਕਰਮੀ ਜੇਠ 15 ਨੂੰ ਬਾਬਾ ਬਕਾਲਾ ਵਿਖੇ ਹੋਇਆ ਤੇ ਆਪ 1761 ਵਿੱਚ ਸ਼੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ। ਭਾਈ ਮੋਹਕਮ ਸਿੰਘ ਜੀ 5 ਪਿਆਰਿਆਂ ਵਿੱਚੋਂ ਚੌਥੇ ਸਥਾਨ ਤੇ ਹਨ। ਆਪ ਜੀ ਦਾ ਜਨਮ 1736 ਬਿਕਰਮੀ 5 ਚੇਤਰ ਨੂੰ ਪਿਤਾ ਜਗਜੀਵਨ ਰਾਏ ਤੇ ਮਾਤਾ ਸੰਭਲੀ ਜੀ ਦੇ ਘਰ ਹੋਇਆ। 15 ਸਾਲ ਦੀ ਉਮਰ ਵਿੱਚ ਮੋਹਕਮ ਦਾਸ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਲੜ ਲੱਗੇ ਤੇ ਭਾਈ ਮੋਹਕਮ ਸਿੰਘ ਬਣ 1761 ਨੂੰ ਸ਼੍ਰੀ ਚਮਕੌਰ ਸਾਹਿਬ ਦੀ ਜੰਗ 'ਚ ਸ਼ਹੀਦ ਹੋਏ। 5 ਪਿਆਰਿਆਂ 'ਚ ਸਭ ਤੋਂ ਆਖਰੀ ਸਥਾਨ ਤੇ ਨੇ ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ ਦਾ ਜਨਮ 1732 ਬਿਕਰਮੀ 5 ਮੱਘਰ ਨੂੰ ਬਿਰਦਪੁਰ 'ਚ ਪਿਤਾ ਗੁਰੂ ਨਾਰਾਇਣ ਤੇ ਮਾਤਾ ਅਨਕੰਪਾ ਦੇ ਘਰ ਹੋਇਆ। ਭਾਈ ਸਾਹਿਬ ਸਿੰਘ ਜੀ 11 ਸਾਲ ਦੀ ਉਮਰ 'ਚ ਸਿੱਖੀ ਨਾਲ ਜੁੜੇ ਤੇ 5 ਪਿਆਰਿਆਂ 'ਚ ਸ਼ੁਮਾਰ ਹੋ 1761 ਨੂੰ ਸ਼੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ। ਹਾਲਾਂਕਿ ਬਾਕੀ 3 ਪਿਆਰਿਆਂ ਦੇ ਵੰਸ਼ਜਾਂ ਬਾਰੇ ਕਿਸੇ ਨੂੰ ਕੋਈ ਖਾਸ ਜਾਣਕਾਰੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।